ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਟੱਡੀ ਫੋਰ ਐਲਵਸ ਦੇ ਉੱਪਰ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਚੈਪਟਰ ਚੱਲ ਰਿਹਾ ਸੀ ਬੇਸਿਕ ਕਨਸੈਪਟਸ ਆਫ ਕੈਮਿਸਟਰੀ ਫॉर ਮਾਸਟਰ ਕੈਰੀਅਰ ਕੈਮਿਸਟਰੀ, ਜਿਸ ਦੇ ਵਿੱਚ ਕੀ ਸੀਗਾ ਅਸੀਂ ਅੱਜ ਡਿਸਕਸ ਕਰਾਂਗੇ ਟੌਪਿਕ ਦੈਟ ਇਜ਼ ਪਰਸੈਂਟੇਜ ਕੰਪੋਜੀਸ਼ਨ। ਠੀਕ ਹੈ ਜੀ, ਆਲਰੇਡੀ ਪਾਰਟ 1 2 3 4 ਜਿਹੜੇ ਨੇ ਕੰਪਲੀਟ ਹੋ ਗਏ। ਅੱਜ ਪਾਰਟ 5 ਦੇ ਵਿੱਚ ਸਾਡਾ ਟੌਪਿਕ ਰਹੇਗਾ ਪਰਸੈਂਟੇਜ ਕੰਪੋਜੀਸ਼ਨ। ਤੇ ਇਹਦੇ ਵਿੱਚ ਦੇਖੋ ਹੁਣ ਕੀ ਹੁੰਦਾ ਹੈ। ਦੇਖੋ, ਪਰਸੈਂਟੇਜ ਕੰਪੋਜੀਸ਼ਨ ਦਾ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਦੀ ਗੱਲ ਕਰ ਲੈਂਦੇ ਹਾਂ। ਪਰਸੈਂਟੇਜ ਕੰਪੋਜੀਸ਼ਨ ਹੁੰਦੀ ਕੀ ਹੈ? ਪਰਸੈਂਟੇਜ ਕੰਪੋਜੀਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਅਗਰ ਤੁਹਾਡੇ ਕੋਲ ਕੋਈ ਕੰਪਾਊਂਡ ਹੈ, ਠੀਕ ਹੈ, ਉਹਦੇ ਵਿੱਚ ਕੋਈ ਵੀ ਐਲੀਮੈਂਟ ਦੀ ਤੁਸੀਂ ਪਰਸੈਂਟੇਜ ਕੱਢਣਾ ਚਾਹੁੰਦੇ ਹੋ ਕਿ ਕਿਸੇ ਕੰਪਾਊਂਡ ਦੇ ਵਿੱਚ ਕਿੰਨੀ ਉਹਦੀ ਪਰਸੈਂਟੇਜ ਹੈ, ਤਾਂ ਅਸੀਂ ਪਰਸੈਂਟੇਜ ਕੰਪੋਜੀਸ਼ਨ ਦਾ ਫਾਰਮੂਲਾ ਅਪਲਾਈ ਕਰਦੇ ਹਾਂ। Percentage of an element or constituent is equal to number of parts by mass of the element or constituent। ਉਹਦਾ ਕਿੰਨਾ ਮਾਸ ਪ੍ਰੈਜ਼ੈਂਟ ਹੈ, ਕਿੰਨੇ ਪਾਰਟਸ, ਡਿਵਾਈਡਡ ਬਾਈ ਮੋਲਰ ਮਾਸ। ਜਿਸ ਵੀ ਕੰਪਾਊਂਡ ਦੇ ਵਿੱਚ ਉਹ ਪ੍ਰੈਜ਼ੈਂਟ ਹੈ ਉਹਦਾ ਮੋਲਰ ਮਾਸ, ਠੀਕ ਹੈ, ਇਨਟੂ 100, ਕਿਉਂਕਿ ਅਸੀਂ ਪਰਸੈਂਟੇਜ ਫਾਈਂਡ ਕਰ ਰਹੇ ਹਾਂ ਤਾਂ ਇਸ ਕਰਕੇ ਇਨਟੂ ਕੀ ਆ ਜਾਏਗਾ 100। ਹਾਂਜੀ, ਨੈਕਸਟ ਆਪਾਂ ਦੇਖ ਸਕਦੇ ਹਾਂ। ਨੈਕਸਟ ਇਜ਼ ਮਾਸ ਪਰਸੈਂਟੇਜ। ਹੁਣ ਜੋ ਮਾਸ ਪਰਸੈਂਟੇਜ ਹੈ ਇਸ ਦੀ ਵੀ ਡੈਫੀਨੇਸ਼ਨ ਕਲੀਅਰ ਕਰ ਲੈਂਦੇ ਹਾਂ। ਮਾਸ ਪਰਸੈਂਟੇਜ ਕੀ ਹੁੰਦਾ ਹੈ? ਮਾਸ ਪਰਸੈਂਟੇਜ 'ਚ ਆ ਜਾਂਦਾ ਹੈ ਗਿਵਸ ਦਾ ਮਾਸ ਆਫ ਈਚ ਐਲੀਮੈਂਟ ਐਕਸਪ੍ਰੈਸਡ ਐਜ਼ ਦਾ ਪਰਸੈਂਟੇਜ ਆਫ ਦਾ ਟੋਟਲ ਮਾਸ। ਠੀਕ ਹੈ, ਕੋਈ ਐਲੀਮੈਂਟ ਹੈ ਉਹਦਾ ਮਾਸ ਕਿੰਨਾ ਹੈ, ਡਿਵਾਈਡਡ ਬਾਈ ਟੋਟਲ ਮਾਸ, ਠੀਕ ਹੈ ਨਾ, ਇਨਟੂ 100। ਦੈਟ ਮੀਨ ਕਿ ਅਗਰ ਤੁਹਾਡੇ ਕੋਲ ਕੋਈ ਕੰਪਾਊਂਡ ਹੈ ਕਿ ਤੁਸੀਂ ਪਰਟੀਕੂਲਰ ਐਲੀਮੈਂਟ ਦਾ ਮਾਸ ਪਰਸੈਂਟੇਜ ਕੱਢਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਫਾਰਮੂਲਾ ਬਣ ਜਾਊਗਾ ਮਾਸ ਆਫ ਦੈਟ ਐਲੀਮੈਂਟ ਡਿਵਾਈਡਡ ਬਾਈ ਟੋਟਲ ਮਾਸ ਇਨਟੂ 100। ਫੋਰ ਐਗਜ਼ਾਮਪਲ, ਜਿੱਦਾਂ ਤੁਸੀਂ ਮੋਲਰ ਮਾਸ ਫਾਈਂਡ ਕਰਨਾ ਹੈ, ਜਿੱਦਾਂ ਤੁਸੀਂ ਤੁਹਾਡੇ ਕੋਲ ਵਾਟਰ ਹੈ, ਵਾਟਰ ਦਾ ਕੀ ਫਾਰਮੂਲਾ ਹੁੰਦਾ ਹੈ H2O। ਜੇਕਰ ਆਪਾਂ ਵਾਟਰ ਦਾ ਫਾਰਮੂਲਾ ਮੋਲਰ ਮਾਸ ਦੀ ਗੱਲ ਕਰੀਏ ਤਾਂ ਮੋਲਰ ਮਾਸ ਹੁੰਦਾ ਮੀਨਸ ਟੋਟਲ ਮਾਸ ਕਿੰਨਾ ਹੁੰਦਾ, ਦੈਟ ਇਜ਼ 18 ਗ੍ਰਾਮ, ਅਪਰੋਕਸੀਮੇਟ 18 ਗ੍ਰਾਮ ਯੂਜ਼ ਕਰਦੇ ਹਾਂ ਅਸੀਂ। ਬਟ ਅਗਰ ਅਸੀਂ ਫਾਈਂਡ ਕਰਨਾ ਕਿ ਹਾਈਡਰੋਜਨ ਦਾ ਮਾਸ ਕਿੰਨਾ ਹੈ, ਠੀਕ ਹੈ, ਐਂਡ ਆਕਸੀਜਨ ਦਾ ਮਾਸ ਪਰਸੈਂਟੇਜ, ਤਾਂ ਵੈਰੀ ਸਿੰਪਲ, ਜੋ ਮਾਸ ਪਰਸੈਂਟੇਜ ਹੈ ਆਫ ਹਾਈਡਰੋਜਨ ਕਿਹਦੇ ਕੋਲ ਆਏਗਾ? ਦੇਖੋ ਕਿੰਨੇ ਹਾਈਡਰੋਜਨ ਨੇ ਸਾਡੇ ਕੋਲ ਪ੍ਰੈਜ਼ੈਂਟ, 2 ਹਾਈਡਰੋਜਨ ਪ੍ਰੈਜ਼ੈਂਟ ਨੇ, ਇਸ ਕਰਕੇ 2 ਇੰਟੂ ਇੱਕ ਹਾਈਡਰੋਜਨ ਦਾ ਜਿਹੜਾ ਮਾਸ ਹੁੰਦਾ ਦੈਟ ਇਜ਼ 1.008। ਇਹ ਐਗਜ਼ੈਕਟ ਮਾਸ ਹੁੰਦਾ ਹੈ, ਅਪਰੋਕਸੀਮੇਟ ਆਪਾਂ 1 ਯੂਜ਼ ਕਰਦੇ ਹਾਂ। 2 ਇੰਟੂ 1.008 ਡਿਵਾਈਡਡ ਬਾਈ ਟੋਟਲ ਮਾਸ, ਜਿੰਨਾ ਵੀ ਵਾਟਰ ਜਿਹੜਾ ਹੈ ਉਹਦਾ ਮੋਲਰ ਮਾਸ ਹੋਏਗਾ ਉਹਦੇ ਨਾਲ ਤੁਸੀਂ ਡਿਵਾਈਡ ਕਰ ਸਕਦੇ ਹੋ, ਇਨਟੂ 100। ਐਂਡ ਜੋ ਇਹਨੂੰ ਸੋਲਵ ਕਰਕੇ ਆਂਸਰ ਆਊਗਾ ਦੈਟ ਇਜ਼ 11.18। ਹਾਂਜੀ, ਨੈਕਸਟ ਮਾਸ ਪਰਸੈਂਟੇਜ ਆਫ ਆਕਸੀਜਨ ਕੱਢੋ। ਮਾਸ ਪਰਸੈਂਟੇਜ ਆਫ ਆਕਸੀਜਨ ਕਿਵੇਂ ਨਿਕਲੂ? ਜਿੰਨਾ ਵੀ ਆਕਸੀਜਨ ਦਾ ਜਿਹੜਾ ਮਾਸ ਹੈ ਉਹ ਕਿੰਨਾ ਹੁੰਦਾ 16.00, ਐਂਡ ਆਕਸੀਜਨ ਪ੍ਰੈਜ਼ੈਂਟ ਕਿਹਦੇ ਵਿੱਚ ਹੈ? ਵਾਟਰ, ਐਂਡ ਵਾਟਰ ਦਾ ਮਾਸ ਕਿੰਨਾ ਅਸੀਂ ਆਲਰੇਡੀ ਕੱਢ ਚੁੱਕੇ ਹਾਂ 18.02 ਇੰਟੂ 100। ਕਿਉਂਕਿ ਅਸੀਂ ਇੰਟੂ 100 ਕਿਉਂ ਕਰ ਰਹੇ? ਕਿਉਂਕਿ ਅਸੀਂ ਮਾਸ ਪਰਸੈਂਟੇਜ ਕੱਢ ਰਹੇ ਹਾਂ। ਸੋ ਇੱਥੋਂ ਫਾਰਮੂਲਾ ਆ ਜਾਊਗਾ 88.79, ਸੌਰੀ, ਜੋ ਮਾਸ ਆ ਜਾਏਗਾ ਮਾਸ ਪਰਸੈਂਟੇਜ 88.79। ਸੋ ਵੈਰੀ ਸਿੰਪਲ ਹੈ ਜੋ ਮਾਸ ਪਰਸੈਂਟੇਜ ਕੱਢਣਾ, ਠੀਕ ਹੈ ਨਾ। ਸਿੰਪਲੀ ਸਾਨੂੰ ਜੋ ਹੈ ਮੁਲਰ ਮਾਸ ਜਿਹੜਾ ਫਾਈਂਡ ਕਰਨਾ ਆਉਣਾ ਚਾਹੀਦਾ, ਉਸ ਤੋਂ ਬਾਅਦ ਜਿਹੜਾ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਹੁਣ ਕੁਐਸਚਨ ਜਿਹੜਾ ਹੈ ਦੈਟ ਇਜ਼ ਇੱਕ ਕੁਐਸਚਨ ਵੀ ਸੋਲਵ ਕਰ ਲੈਣੇ ਇਹਦੇ ਰਿਲੇਟਡ। ਜਿੱਦਾਂ ਕਿ ਇਹਨਾਂ ਨੇ ਪੁੱਛਿਆ ਹੈ ਕਿ ਇੱਕ ਕੰਪਾਊਂਡ ਹੈ ਜਿਹਦਾ ਨਾਮ ਹੈ ਸੋਡੀਅਮ ਸਲਫੇਟ। ਹੁਣ ਜੋ ਸੋਡੀਅਮ ਸਲਫੇਟ ਹੈ ਇਹਦਾ ਫਾਰਮੂਲਾ ਤੁਹਾਨੂੰ ਆਉਣਾ ਚਾਹੀਦਾ ਦੈਟ ਇਜ਼ Na2SO4। SO4 ਜਿਹੜਾ ਹੈ ਦੈਟ ਇਜ਼ ਸਲਫੇਟ। ਸਲਫੇਟ ਦੀ ਜਿਹੜੀ ਵੈਲੈਂਸੀ ਹੈ ਉਹ 2 ਹੁੰਦੀ ਹੈ, ਇਸ ਕਰਕੇ ਸੋਡੀਅਮ ਦੇ ਤੁਸੀਂ ਦੇਖ ਸਕਦੇ ਹੋ ਪੈਰ ਦੇ ਵਿੱਚ 2 ਲਿਖਿਆ ਹੋਇਆ, ਠੀਕ ਹੈ ਨਾ। ਸੋ ਸੋਡੀਅਮ ਦੀ ਵੈਲੈਂਸੀ 1 ਹੁੰਦੀ ਹੈ, ਇਸ ਕਰਕੇ ਸਲਫੇਟ ਦੇ ਪੈਰ 'ਚ 1 ਹੈ, ਇਸ ਕਰਕੇ ਇਹਨੂੰ ਦੇਖ ਸਕਦੇ ਆ। ਕਿਉਂਕਿ ਅਗਰ ਫਾਰਮੂਲਾ ਵੀ ਤੁਹਾਨੂੰ ਨਹੀਂ ਦਿੱਤਾ ਹੁੰਦਾ ਤਾਂ ਤੁਸੀਂ ਖੁਦ ਵੀ ਇਹਨੂੰ ਡਰਾਈਵ ਕਰ ਸਕਦੇ ਹੋ ਜਾਂ ਲਿਖ ਸਕਦੇ ਹੋ। ਹੁਣ ਸੋਲਿਊਸ਼ਨ ਕਿਵੇਂ ਕਰਾਂਗੇ? ਅਸੀਂ ਮਾਸ ਪਰਸੈਂਟੇਜ ਕਰਨਾ ਹੈ ਹਰੇਕ ਐਲੀਮੈਂਟ ਦਾ, ਹਰੇਕ ਮੀਨਸ ਸੋਡੀਅਮ ਦਾ, ਸਲਫਰ ਦਾ, ਆਕਸੀਜਨ ਦਾ। ਵੈਰੀ ਸਿੰਪਲ, ਸਭ ਤੋਂ ਪਹਿਲਾਂ ਇਹਦਾ ਮੋਲਰ ਮਾਸ ਫਾਈਂਡ ਕਰ ਦਿਓ ਬਿਕੋਜ਼ ਜੋ ਹੈ ਅਸੀਂ ਡਿਨੋਮੀਨੇਟਰ ਦੇ ਵਿੱਚ ਇਹਦਾ ਟੋਟਲ ਮਾਸ ਲਿਖਣਾ ਹੁੰਦਾ ਹੈ। ਮੋਲਰ ਮਾਸ ਜਦੋਂ ਇਹਦਾ ਫਾਈਂਡ ਕਰਾਂਗੇ ਤਾਂ ਸਾਨੂੰ ਸਾਰਿਆਂ ਦੇ ਅਟੋਮਿਕ ਮਾਸਿਸ ਜਿਹੜੇ ਨੇ ਪਤਾ ਹੋਣੇ ਚਾਹੀਦੇ ਨੇ। ਐਡ ਸੋਡੀਅਮ ਦਾ ਹੁੰਦਾ 23, ਸਲਫਰ ਦਾ ਹੁੰਦਾ 32, ਆਕਸੀਜਨ ਦਾ ਹੁੰਦਾ 16। ਤਾਂ ਜਿੰਨੇ ਵੀ ਐਟਮਸ ਹੈਗੇ ਨੇ, ਜਿਵੇਂ ਸੋਡੀਅਮ ਦੇ 2 ਨੇ ਨਾ, ਸਿੰਪਲੀ ਮਲਟੀਪਲਾਈ ਕਰਕੇ, ਠੀਕ ਹੈ ਨਾ, ਆਂਸਰ ਕੱਢ ਸਕਦੇ ਆਪਾਂ। ਤਾਂ ਮੋਲਰ ਮਾਸ ਕਿੰਨਾ ਆ ਜਾਊਗਾ 142। ਮਾਸ ਪਰਸੈਂਟੇਜ ਆਫ ਸੋਡੀਅਮ ਕਿਵੇਂ ਨਿਕਲੂਗਾ? ਦੈਟ ਇਜ਼ ਕਿੰਨੇ ਸੋਡੀਅਮ ਨੇ 2 ਇੰਟੂ 23 ਓਵਰ ਟੋਟਲ ਮਾਸ ਮੀਨਸ 142 ਇੰਟੂ 100। ਤਾਂ ਤੁਸੀਂ ਕੱਢ ਸਕਦੇ ਹੋ ਇਹਦੀ ਪਰਸੈਂਟੇਜ। ਕੈਲਕੂਲੇਸ਼ਨ ਵਰਕ ਹੈ ਦੈਟ ਇਜ਼ 32.39%। ਇਨ ਅ ਸਿਮਿਲਰ ਵੇ ਤੁਸੀਂ ਸਲਫਰ ਦਾ ਵੀ ਮਾਸ ਪਰਸੈਂਟੇਜ ਕੱਢ ਸਕਦੇ ਹੋ ਐਂਡ ਆਕਸੀਜਨ ਦਾ ਵੀ ਜੋ ਹੈ ਮਾਸ ਪਰਸੈਂਟੇਜ ਕੱਢ ਸਕਦੇ ਹੋ।
ਨੈਕਸਟ ਜੋ ਹੈ ਦੈਟ ਇਜ਼ ਕੈਮੀਕਲ ਫਾਰਮੂਲਾ ਆਫ ਏ ਕੰਪਾਊਂਡ। ਹੁਣ ਜੋ ਕੰਪਾਊਂਡ ਹੈ, ਠੀਕ ਹੈ, ਕੈਮੀਕਲ ਫਾਰਮੂਲਾ ਜਿਹੜੇ ਨੇ ਇਹਦੇ ਡਿਸਕਸ ਕਰਨੇ ਆਪਾਂ। ਕੈਮੀਕਲ ਫਾਰਮੂਲਾ ਕੀ ਹੁੰਦਾ ਕੰਪਾਊਂਡ ਦਾ। ਬੇਸਿਕਲੀ ਇਹਦੇ ਵਿੱਚ ਜਿਹੜੇ ਨੇ ਦੋ ਤਰ੍ਹਾਂ ਦੇ ਫਾਰਮੂਲਾਜ਼ ਆ ਜਾਂਦੇ ਨੇ। ਇੱਕ ਹੁੰਦਾ ਐਮਪੀਰੀਕਲ ਫਾਰਮੂਲਾ, ਦੂਸਰਾ ਹੁੰਦਾ ਮੋਲੀਕਿਊਲਰ ਫਾਰਮੂਲਾ। ਬਹੁਤ ਹੀ ਜ਼ਿਆਦਾ ਸਿੰਪਲ ਜਿਹੜਾ ਹੈ ਇਹਨਾਂ ਦਾ ਕਨਸੈਪਟ ਹੈ ਐਂਡ ਐਗਜ਼ਾਮ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ। ਐਮਪੀਰੀਕਲ ਫਾਰਮੂਲਾ ਜਿਹੜਾ ਹੁੰਦਾ ਅਤੇ ਮੋਲੀਕਿਊਲਰ ਫਾਰਮੂਲਾ ਜਿਹੜਾ ਹੁੰਦਾ ਹੈ, ਦੋਨਾਂ ਦੇ ਵਿੱਚ ਕੀ ਫ਼ਰਕ ਹੈ, ਕੀ ਡਿਫਰੈਂਸ ਹੈ, ਪਹਿਲਾਂ ਇਹਨੂੰ ਡਿਸਕਸ ਕਰ ਲੈਂਦੇ ਹਾਂ। ਜੋ ਐਮਪੀਰੀਕਲ ਫਾਰਮੂਲਾ ਹੁੰਦਾ ਜਸਟ ਇਹ ਸਾਨੂੰ ਇਹ ਦੱਸਦਾ ਹੈ ਕਿ ਕੋਈ ਕੰਪਾਊਂਡ ਹੈ, ਠੀਕ ਹੈ ਨਾ, ਉਹਦੇ ਵਿੱਚ ਜੋ ਐਲੀਮੈਂਟਸ ਪ੍ਰੈਜ਼ੈਂਟ ਨੇ ਉਹ ਕਿੰਨੀ ਰੇਸ਼ੋ ਦੇ ਵਿੱਚ ਪ੍ਰੈਜ਼ੈਂਟ ਨੇ, ਠੀਕ ਹੈ ਨਾ। ਸਿੰਪਲੀ ਸਾਨੂੰ ਹੋਲ ਨੰਬਰ ਰੇਸ਼ੋ ਦੱਸਦਾ ਹੈ। The formula which gives the simplest whole number ratio of the different atom present in one molecule of the compound। देखो एग्जाम्पल ਨਾਲ ਸਮਝਣ ਦੀ ਕੋਸ਼ਿਸ਼ ਕਰੋ। ਅਗਰ ਮੈਂ ਐਮਪੀਰੀਕਲ ਫਾਰਮੂਲਾ ਲਿਖਣਾ ਹੈ ਨਾ ਵਾਟਰ ਦਾ, ਮੀਨਸ H2O ਦਾ, ਤਾਂ ਮੈਨੂੰ ਪਤਾ ਹੈ ਕਿ ਇਹਦੇ ਵਿੱਚ ਦੋ ਐਟਮਸ ਤੋਂ ਬਣਿਆ ਇਹ, ਹਾਈਡਰੋਜਨ ਤੋਂ ਐਂਡ ਆਕਸੀਜਨ ਤੋਂ, ਠੀਕ ਹੈ ਨਾ। ਹਾਈਡਰੋਜਨ ਕਿੰਨੇ ਨੇ, 2 ਨੇ। ਆਕਸੀਜਨ ਕਿੰਨੀ ਰੇਸ਼ੋ 'ਚ ਹੈ, 1। ਤਾਂ 2:1 ਦੇ ਵਿੱਚ ਹੈ, ਠੀਕ ਹੈ। ਤਾਂ ਦੈਟ ਮੀਨ ਜਿਹੜਾ ਦਾ ਐਮਪੀਰੀਕਲ ਫਾਰਮੂਲਾ ਹੋਏਗਾ, ਸਿੰਪਲੀ ਤੁਸੀਂ OH ਵੀ ਲਿਖ ਸਕਦੇ ਹੋ, ਠੀਕ ਹੈ। H2O ਹੀ ਰਹੇਗਾ ਇਹਦਾ ਐਮਪੀਰੀਕਲ ਫਾਰਮੂਲਾ, ਕਿਉਂਕਿ ਜੋ 2 1 ਹੈ ਦੈਟ ਇਜ਼, ਠੀਕ ਹੈ ਨਾ, ਇਹਦੀ ਕੈਂਸਲੇਸ਼ਨ ਜਿਹੜੀ ਹੈ ਪੋਸੀਬਲ ਨਹੀਂ ਹੈ। ਸੋ ਇਸ ਕਰਕੇ H2O ਇਹਦਾ ਐਮਪੀਰੀਕਲ ਫਾਰਮੂਲਾ। ਐਮਪੀਰੀਕਲ ਜਿਹੜਾ ਫਾਰਮੂਲਾ ਹੈ ਗਲੂਕੋਜ਼ ਦਾ, ਦੇਖੋ ਵੈਸੇ ਗਲੂਕੋਜ਼ ਦਾ ਫਾਰਮੂਲਾ ਹੁੰਦਾ ਹੈਗਾ ਦੈਟ ਇਜ਼, ਕੀ ਫਾਰਮੂਲਾ ਹੁੰਦਾ C6H12O6, ਬਟ ਇਹਨਾਂ ਨੇ ਐਮਪੀਰੀਕਲ ਫਾਰਮੂਲਾ ਪੁੱਛਿਆ। ਐਮਪੀਰੀਕਲ ਫਾਰਮੂਲਾ ਮਤਲਬ ਦੇਖੋ ਕੀ ਪ੍ਰੈਜ਼ੈਂਟ ਹੁੰਦਾ ਹੈ, ਕਾਰਬਨ, ਹਾਈਡਰੋਜਨ, ਆਕਸੀਜਨ, ਠੀਕ ਹੈ, ਤਿੰਨੋਂ ਪ੍ਰੈਜ਼ੈਂਟ ਹੁੰਦੇ ਨੇ। ਕਾਰਬਨ ਜਿਹੜਾ ਹੈ 1:ਚ ਪ੍ਰੈਜ਼ੈਂਟ ਹੁੰਦਾ ਹੈ, ਹਾਈਡਰੋਜਨ 2:ਚ ਪ੍ਰੈਜ਼ੈਂਟ ਹੁੰਦਾ ਹੈ, ਆਕਸੀਜਨ 1। ਤਾਂ ਮੀਨਸ ਕਿੰਨੀ ਰੇਸ਼ੋ ਦੇ ਵਿੱਚ ਇਹਦਾ ਜਿਹੜਾ ਗਲੂਕੋਜ਼ ਦੇ ਜਿਹੜੇ ਐਟਮਸ ਨੇ ਪ੍ਰੈਜ਼ੈਂਟ ਹੁੰਦੇ ਨੇ, ਕਿਹੜੀ ਰੇਸ਼ੋ ਹੁੰਦੀ ਹੈ ਉਹਨਾਂ ਦੀ, 1:2:1, ਠੀਕ ਹੈ ਨਾ। ਇੱਕ ਸਿੰਪਲੈਸਟ ਵੇ ਵੀ ਮੈਂ ਤੁਹਾਨੂੰ ਦੱਸਾਂਗੀ ਵੀ ਕਿੱਦਾਂ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ ਈਜ਼ੀਲੀ, ਠੀਕ ਹੈ। ਸੋ ਪਹਿਲਾਂ ਮੋਲੀਕੂਲਰ ਫਾਰਮੂਲਾ ਦੇਖ ਲਓ। ਮੋਲੀਕੂਲਰ ਫਾਰਮੂਲਾ ਕੀ ਹੁੰਦਾ ਹੈ, ਇਹ ਸਾਨੂੰ ਐਕਚੁਅਲ ਦੱਸਦਾ ਵੀ ਇੱਕ ਮੋਲੀਕਿਊਲ ਦੇ ਵਿੱਚ ਐਗਜ਼ੈਕਟਲੀ ਕਿੰਨੇ ਨੰਬਰ ਆਫ ਐਟਮਸ ਨੇਗੇ ਪ੍ਰੈਜ਼ੈਂਟ, ਠੀਕ ਹੈ। ਸੋ ਐਗਜ਼ੈਕਟਲੀ ਦੱਸੂਗਾ ਕਿੰਨੇ ਵੀ ਨੇ। एग्जाम्पल देख सकते हो तुसी, मॉलिक्यूलर फॉर्मूला ऑफ वाटर का सेम ही रहूगा H2O, एंड मॉलिक्यूलर फॉर्मूला ऑफ ग्लूकोज का रहूगा C6H12O6। एक्चुअली असी यूज़ भी यही करते हैं, मॉलिक्यूलर फॉर्मूलाज नूं यूज़ करते हैं असी, ठीक है ना। कैमिस्ट्री दे विच एम्पीरिकल फॉर्मूला नूं यूज़ नहीं किया जाता। एम्पीरिकल फॉर्मूला जस्ट ये दसदा भी कौन किहड़ा एटम किन्नी रेशो दे विच जिहड़ा है प्रेजेंट हुंदा है। ओके, सो नैक्सट जिहड़ा है दैट इज़ कुछ एग्जाम्पल्स नाल देख लैंदे हैं, सो दैट थोड़ा एक कॉन्सैप्ट क्लीयर हो जाएगा। एग्जाम्पल देखो, कुछ कंपाउंड्स लए गए ने ते इन्हां दे इंपीरिकल फॉर्मूले लए गए ने ते इसदे मॉलिक्यूलर फॉर्मूला लए गए ने। हुण हाइड्रोजन परऑक्साइड दा जिहड़ा एग्जैक्ट फॉर्मूला हुंदा है दैट इज़ H2O2, ठीक है ना। तुसीं जो 2 दिख रहा तुहानूं दोनों ही इन्हां 2 दी कटिंग हो रही है 2 ਦੇ ਟੇਬਲ ਤੇ। ਜਦੋਂ ਇਹਨਾਂ ਦੀ ਕਟਿੰਗ ਹੋ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕੀ ਆਏਗਾ ਕਟਿੰਗ ਹੋਣ ਤੋਂ ਬਾਅਦ, ਦੈਟ ਇਜ਼ HO, ਦੈਟ ਮੀਨ ਐਮਪੀਰੀਕਲ ਫਾਰਮੂਲਾ ਬਣ ਗਿਆ। ਤੁਹਾਨੂੰ ਸਿੰਪਲੀ ਉੱਥੇ ਮੋਲੀਕੂਲਰ ਫਾਰਮੂਲਾ ਦੇ ਕੇ ਐਮਪੀਰੀਕਲ ਫਾਰਮੂਲਾ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਸੋ ਬੈਂਜੀਨ ਦਾ ਵੀ ਪਤਾ ਹੈ ਕਿ ਕੀ ਹੁੰਦਾ ਫਾਰਮੂਲਾ C6H6, ਤਾਂ ਇਹਦੀ ਕਟਿੰਗ ਕਰ ਦਿਓ 6 ਦੇ ਟੇਬਲ ਤੇ ਤਾਂ ਤੁਸੀਂ ਦੇਖ ਸਕਦੇ ਹੋ CH ਕੀ ਆ ਜਾਏਗਾ ਦਾ ਐਮਪੀਰੀਕਲ ਫਾਰਮੂਲਾ। ਗਲੂਕੋਜ਼ ਦਾ ਫਾਰਮੂਲਾ ਮੈਂ ਦੱਸਿਆ ਸੀਗਾ ਕਿ C6H12O6 ਹੁੰਦਾ, ਤੇ ਇਹਨਾਂ ਦੀ ਕਟਿੰਗ ਕਰਕੇ ਦੇਖੋ 6 ਦੇ ਟੇਬਲ ਤੇ 6 1 ਦਾ 6 ਹੋ ਜਾਏਗਾ, 12 2 ਤੇ ਜਾ ਰਿਹਾ, ਫਿਰ 1, ਠੀਕ ਹੈ ਨਾ। ਤਾਂ ਤੁਸੀਂ ਦੇਖ ਸਕਦੇ ਹੋ CH2O, ਜਿਹੜਾ CH2O ਹੈ ਇਹ ਕੀ ਹੈ ਐਮਪੀਰੀਕਲ ਫਾਰਮੂਲਾ। ਸਕਰੋਸ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਦੈਟ ਇਜ਼ C12H22O11। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 12 22 11, ਠੀਕ ਹੈ ਨਾ, ਇਹਨਾਂ ਦੀ ਕਟਿੰਗ ਨਹੀਂ ਹੋ ਰਹੀ ਕਿਸੇ ਵੀ ਟੇਬਲ ਤੇ, ਸੋ ਇਹ ਐਜ਼ ਇਟ ਇਜ਼ ਆ ਜਾਊਗਾ। ਕਲੀਅਰ, ਜਿਵੇਂ H2O ਦਾ ਸੀ ਨਾ ਉਹਦੀ ਕਟਿੰਗ ਨਹੀਂ ਹੋ ਰਹੀ, ਸੋ ਐਜ਼ ਇਟ ਇਜ਼ ਆ ਜਾਂਦਾ ਹੈ। ਐਮਪੀਰੀਕਲ ਫਾਰਮੂਲਾ ਜਿਹੜਾ ਹੈ ਸਕਰੋਸ ਦਾ ਐਂਡ ਮੋਲੀਕੂਲਰ ਫਾਰਮੂਲਾ ਜਿਹੜਾ ਹੈ ਦੋਨੋਂ ਕੀ ਹੋਣਗੇ, ਬਿਲਕੁਲ ਸੇਮ ਹੋਣਗੇ। ਜੇਕਰ ਅਸੀਂ ਨੈਪਥਲੀਨ ਦੀ ਗੱਲ ਕਰੀਏ, ਨੈਪਥਲੀਨ ਦਾ ਫਾਰਮੂਲਾ ਕੀ ਹੁੰਦਾ C10H8। ਤੁਹਾਨੂੰ ਐਗਜ਼ਾਮ ਦੇ ਵਿੱਚ ਨੈਪਥਲੀਨ ਦਾ ਫਾਰਮੂਲਾ ਨਹੀਂ ਵੀ ਦਿੱਤਾ ਹੋ ਸਕਦਾ, ਠੀਕ ਹੈ ਨਾ, ਤਾਂ ਤੁਹਾਨੂੰ ਯਾਦ ਕਰਨਾ ਪਊਗਾ ਕਿ C10H8 ਹੁੰਦਾ। ਤੁਹਾਨੂੰ ਨੈਪਥਲੀਨ ਕਹਿ ਕੇ ਸਿੰਪਲੀ ਪੁੱਛਿਆ ਜਾ ਸਕਦਾ ਹੈ ਕਿ ਇਹਦਾ ਐਮਪੀਰੀਕਲ ਫਾਰਮੂਲਾ ਕੀ ਹੁੰਦਾ, ਤਾਂ ਇਹਦਾ ਐਮਪੀਰੀਕਲ ਫਾਰਮੂਲਾ ਤੁਸੀਂ ਤਾਂ ਕੱਢ ਸਕਦੇ ਹੋ ਜੇ ਤੁਹਾਨੂੰ ਮੋਲੀਕੂਲਰ ਫਾਰਮੂਲਾ ਜਿਹੜਾ ਪਤਾ ਹੋਊਗਾ, ਦੈਟ ਇਜ਼ C5H4 ਜਿਹੜਾ ਹੈ ਇਹਦਾ ਫਾਰਮੂਲਾ ਹੁੰਦਾ। ਜਾਂ ਸਾਨੂੰ ਇਹਨਾਂ ਦੀ ਪਰਸੈਂਟੇਜ ਕੰਪੋਜੀਸ਼ਨ ਦਿੱਤੀ ਹੋਵੇ ਫਿਰ ਵੀ ਅਸੀਂ ਐਮਪੀਰੀਕਲ ਫਾਰਮੂਲਾਜ਼ ਨੂੰ ਫਾਈਂਡ ਕਰ ਸਕਦੇ ਹਾਂ। ਫਰਦਰ ਦੇਖਾਂਗੇ ਇਹਨੂੰ। ਹਾਂਜੀ, ਕੋਈ ਕੁਐਸਚਨਸ ਜਿਹੜੇ ਨੇ ਇਹਦੇ ਵਿੱਚ ਦੇਖ ਸਕਦੇ ਆਪਾਂ। ਦੇਖੋ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਪੁੱਛਿਆ ਕਿ ਐਮਪੀਰੀਕਲ ਫਾਰਮੂਲਾਜ਼ ਦੱਸੋ ਆਫ ਦਾ ਫੋਲੋਇੰਗ ਮੋਲੀਕੂਲਰ ਫਾਰਮੂਲਾਜ਼।
ਤੁਹਾਨੂੰ ਕੁਝ ਮੋਲੀਕੂਲਰ ਫਾਰਮੂਲਾਜ਼ ਦੇ ਦਿੱਤੇ ਗਏ ਨੇ ਤੇ ਤੁਸੀਂ ਉਹਨਾਂ ਦੇ ਐਮਪੀਰੀਕਲ ਫਾਰਮੂਲਾਜ਼ ਕੱਢਣੇ ਨੇ। ਐਮਪੀਰੀਕਲ ਫਾਰਮੂਲਾ ਤੁਸੀਂ ਸਿੰਪਲੀ ਜਿਹੜਾ ਹੈ ਕਟਿੰਗ ਕਰਕੇ ਕੱਢ ਸਕਦੇ ਹੋ। ਇਹਨਾਂ ਦੀ ਕਟਿੰਗ ਕਰ ਦਿਓ, ਠੀਕ ਹੈ। ਜਿਵੇਂ ਫਸਟ ਹੈ C6H6 ਦੀ ਕਟਿੰਗ ਹੋ ਰਹੀ ਹੈ 6 ਦੀ ਟੇਬਲ 'ਤੇ, ਤਾਂ ਕਿੰਨਾ ਆਂਸਰ ਆ ਜਾਊਗਾ CH। ਅਗਲੇ ਦੀ ਵੀ ਕਟਿੰਗ ਹੋ ਰਹੀ ਹੈ 1 2 CH2। ਵੈਰੀ ਸਿੰਪਲ। ਜੇਕਰ ਮੋਲੀਕੂਲਰ ਫਾਰਮੂਲਾਜ਼ ਤੁਹਾਨੂੰ ਆਉਂਦੇ ਨੇ ਲਿਖਣੇ ਤਾਂ ਤੁਸੀਂ ਐਮਪੀਰੀਕਲ ਫਾਰਮੂਲਾਜ਼ ਨੂੰ ਕਟਿੰਗ ਦੇ ਨਾਲ ਕਰ ਸਕਦੇ ਹੋ। ਔਰ ਜਿਸ ਦੀ ਕਟਿੰਗ ਨਹੀਂ ਹੋ ਰਹੀ, ਠੀਕ ਹੈ ਨਾ, ਉਹ ਮਤਲਬ ਉਹਨੂੰ ਤੁਸੀਂ ਐਜ਼ ਇਟ ਇਜ਼ ਹੀ ਲਿਖ ਸਕਦੇ ਹੋ। ਜਿੱਦਾਂ ਇਹਦੇ ਵਿੱਚ ਤੁਸੀਂ ਸਾਰੇ ਫਾਰਮੂਲਾਜ਼ ਨੂੰ ਇੱਕ ਵਾਰ ਰੀਡ ਜ਼ਰੂਰ ਕਰ ਰਹੇ ਹੋ, ਬਹੁਤ ਸਿੰਪਲ ਨੇ। ਐਂਡ ਤੁਸੀਂ 9th ਤੇ 10th ਜਿਹੜਾ ਕੁਐਸਚਨ ਮਾਰਕ ਪਾਇਆ ਹੋਇਆ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੇ ਆਨਸਰ ਜਿਹੜੇ ਨੇ ਮੈਨੂੰ ਦੱਸਣੇ ਨੇ ਕਿ ਇਹਨਾਂ ਮੋਲੀਕੂਲਰ ਫਾਰਮੂਲਾਜ਼ ਦੇ ਐਮਪੀਰੀਕਲ ਫਾਰਮੂਲਾਜ਼ ਕੀ ਹੋਣਗੇ। ਹਾਂਜੀ, ਨੈਕਸਟ ਜੋ ਹੈ ਦੈਟ ਇਜ਼ ਰਿਲੇਸ਼ਨ ਬਿਟਵੀਨ ਐਮਪੀਰੀਕਲ ਐਂਡ ਮੋਲੀਕੂਲਰ ਫਾਰਮੂਲਾ। ਐਮਪੀਰੀਕਲ ਤੇ ਮੋਲੀਕੂਲਰ ਫਾਰਮੂਲਾ ਦੇ ਵਿੱਚ ਕੀ ਰਿਲੇਸ਼ਨ ਹੈ ਉਹਨੂੰ ਡਿਸਕਸ ਕਰਦੇ ਆ। ਦੇਖੋ ਇਹਦੇ ਵਿੱਚ ਰਿਲੇਸ਼ਨ ਕੀ ਹੁੰਦਾ, ਰਿਲੇਸ਼ਨ ਤੁਸੀਂ ਯਾਦ ਰੱਖਣਾ ਹੈ। ਐਗਜ਼ਾਮ ਦੇ ਵਿੱਚ ਸਿੱਧਾ ਰਿਲੇਸ਼ਨ ਵੀ ਪੁੱਛਿਆ ਜਾ ਸਕਦਾ, ਸਿੰਪਲੀ ਫਾਰਮੂਲਾ ਵੀ ਪੁੱਛਿਆ ਜਾ ਸਕਦਾ ਕਿ ਐਮਪੀਰੀਕਲ ਫਾਰਮੂਲਾ ਜਾਂ ਐਮਪੀਰੀਕਲ ਮਾਸਿਸ ਜਾਂ ਮੋਲੀਕੂਲਰ ਮਾਸਿਸ, ਠੀਕ ਹੈ ਨਾ, ਇਹਨਾਂ ਦੇ ਵਿੱਚ ਕੀ ਰਿਲੇਸ਼ਨ ਹੈ। ਸਿੰਪਲੀ ਯਾਦ ਰੱਖਣਾ ਕਿ ਜੋ ਮੋਲੀਕੂਲਰ ਫਾਰਮੂਲਾ ਹੁੰਦਾ ਦੈਟ ਇਜ਼ ਇਕੁਅਲ ਟੂ N ਇੰਟੂ ਐਮਪੀਰੀਕਲ ਫਾਰਮੂਲਾ। N ਜੋ ਹੈ ਦੈਟ ਇਜ਼ ਸਿੰਪਲੀ ਹੋਲ ਨੰਬਰ ਹੈ, 0 ਤੋਂ ਲੈ ਕੇ ਕੁਝ ਵੀ ਹੋ ਸਕਦਾ ਹੈ। ਐਂਡ ਮੋਲੀਕੂਲਰ ਫਾਰਮੂਲਾ ਇਜ਼ ਇਕੁਅਲ ਟੂ N ਇੰਟੂ ਐਮਪੀਰੀਕਲ ਫਾਰਮੂਲਾ। ਇਹ ਫਾਰਮੂਲਾਜ਼ ਦੱਸੇ ਗਏ ਨੇ, ਬਟ ਇਨ ਕੇਸ ਆਫ ਮਾਸ ਜਿਹੜਾ ਹੈ ਫਾਰਮੂਲਾ ਸੇਮ ਰਹੂਗਾ, N ਇਕੁਅਲ ਟੂ ਮੋਲੀਕੂਲਰ ਮਾਸ ਓਵਰ ਐਮਪੀਰੀਕਲ ਫਾਰਮੂਲਾ ਮਾਸ। ਮਾਸ ਦੇ ਕੇਸ ਦੇ ਵਿੱਚ ਐਗਜ਼ੈਕਟਲੀ ਕੀ ਰਹੇਗਾ, ਸੇਮ ਰਹੇਗਾ। ਨੈਕਸਟ ਕੁਐਸਚਨਸ ਦੇ ਨਾਲ ਇਹਨੂੰ ਡਿਸਕਸ ਕਰਾਂਗੇ। ਸਪੋਜ਼ ਤੁਹਾਨੂੰ ਐਮਪੀਰੀਕਲ ਫਾਰਮੂਲਾ ਦੇ ਦਿੱਤਾ ਗਿਆ ਦੈਟ ਇਜ਼ CH2 ਐਂਡ ਤੁਹਾਨੂੰ ਮੋਲੀਕੂਲਰ ਮਾਸ ਵੀ ਦੇ ਦਿੱਤਾ ਗਿਆ ਕਿ 28 ਜਿਹੜਾ ਹੈ, ਜੋ ਵੀ ਮੋਲੀਕੂਲਰ ਕੋਈ ਫਾਰਮੂਲਾ ਹੋਏਗਾ ਉਹਦਾ ਮਾਸ ਤੁਹਾਨੂੰ ਦੇ ਰੱਖਿਆ। ਤੁਹਾਨੂੰ ਮੋਲੀਕੂਲਰ ਫਾਰਮੂਲਾ ਫਾਈਂਡ ਕਰਨ ਨੂੰ ਕਹਿ ਰਿਹਾ। ਦੇਖੋ ਮੋਲੀਕੂਲਰ ਫਾਰਮੂਲਾ ਫੇਰ ਹੀ ਫਾਈਂਡ ਹੋ ਸਕਦਾ ਜੇ ਤੁਹਾਨੂੰ ਐਮਪੀਰੀਕਲ ਫਾਰਮੂਲਾ ਜਿਹੜਾ ਹੈ ਉਹ ਤਾਂ ਦਿੱਤਾ ਹੀ ਹੋਇਆ ਆਲਰੇਡੀ CH2 ਹੈ ਨਾ, ਉਹ ਤਾਂ ਦਿੱਤਾ ਹੋਇਆ। ਬਟ ਜੇਕਰ ਤੁਹਾਨੂੰ N ਦੀ ਵੈਲਿਊ ਪਤਾ ਲੱਗ ਜੇ ਤਾਂ ਤੁਸੀਂ ਮੋਲੀਕੂਲਰ ਫਾਰਮੂਲਾ ਕੱਢ ਸਕਦੇ ਹੋ। ਹੁਣ ਸਿੰਪਲ ਜੀ ਗੱਲ ਹੈ ਕਿ ਤੁਹਾਨੂੰ N ਕੱਢਣ ਵਾਸਤੇ, ਠੀਕ ਹੈ ਨਾ, N ਕੱਢਣ ਵਾਸਤੇ ਤੁਹਾਨੂੰ ਦੋਨਾਂ ਦੇ ਮਾਸਿਸ ਪਤਾ ਹੋਣੇ ਚਾਹੀਦੇ ਨੇ, ਮੋਲੀਕੂਲਰ ਮਾਸ ਐਜ਼ ਵੈਲ ਐਜ਼ ਐਮਪੀਰੀਕਲ ਫਾਰਮੂਲਾ ਮਾਸ। ਹੁਣ ਪ੍ਰੋਬਲਮ ਇਹ ਹੈ ਕਿ ਮੋਲੀਕੂਲਰ ਮਾਸ ਤਾਂ ਤੁਹਾਨੂੰ ਆਲਰੇਡੀ ਗਿਵਨ ਹੈ, ਠੀਕ ਹੈ। ਐਮਪੀਰੀਕਲ ਫਾਰਮੂਲਾ ਮਾਸ ਤੁਸੀਂ ਕੱਢ ਲਓ। ਕਿਵੇਂ ਕੱਢੋਗੇ, ਬਿਕੋਜ਼ ਤੁਹਾਨੂੰ ਫਾਰਮੂਲਾ ਦੇ ਰੱਖਿਆ, ਤੁਸੀਂ ਉੱਥੋਂ ਮਾਸ ਕੱਢ ਸਕਦੇ ਹੋ, ਜਿਹਨੂੰ ਅਸੀਂ ਐਮਪੀਰੀਕਲ ਫਾਰਮੂਲਾ ਮਾਸ ਕਹਿੰਦੇ ਹਾਂ। ਤੁਹਾਨੂੰ ਗਿਵਨ ਹੈ ਕਿ CH2 ਇਜ਼ ਦਾ ਐਮਪੀਰੀਕਲ ਫਾਰਮੂਲਾ, ਤੋਂ ਮਾਸ ਕੱਢ ਲਓ। ਤੁਹਾਨੂੰ ਕਾਰਬਨ ਦਾ ਮਾਸ ਪਤਾ ਹੈ, ਤੁਹਾਨੂੰ ਹਾਈਡਰੋਜਨ ਦਾ ਮਾਸ ਪਤਾ ਹੈ, ਤਾਂ ਉਹਨਾਂ ਦੀਆਂ ਵੈਲਿਊਜ਼ ਪੁੱਟ ਕਰੋ ਐਂਡ ਕੱਢ ਲਓ, ਠੀਕ ਹੈ ਨਾ। ਦੈਟ ਇਜ਼ 14 ਆ ਜਾਏਗਾ। ਦੈਟ ਮੀਨ ਹੁਣ ਤੁਹਾਨੂੰ ਐਮਪੀਰੀਕਲ ਫਾਰਮੂਲਾ ਮਾਸ ਵੀ ਪਤਾ ਲੱਗ ਗਿਆ, ਮੋਲੀਕੂਲਰ ਮਾਸ ਆਲਰੇਡੀ ਗਿਵਨ, ਐਂਡ ਦੋਨਾਂ ਦੀਆਂ ਵੈਲਿਊਜ਼ N ਦੀ ਵੈਲਿਊ ਦੇ ਵਿੱਚ ਪੁੱਟ ਕਰ ਦਿਓ ਐਂਡ N ਉੱਥੋਂ 2 ਆ ਜਾਏਗਾ। ਉਹਨਾਂ ਨੇ ਮੋਲੀਕੂਲਰ ਫਾਰਮੂਲਾ ਪੁੱਛਿਆ ਸਾਨੂੰ, ਮੋਲੀਕੂਲਰ ਫਾਰਮੂਲਾ ਦਾ ਕੀ ਫਾਰਮੂਲਾ ਹੁੰਦਾ, ਦੈਟ ਇਜ਼ ਇਕੁਅਲ ਟੂ N ਇੰਟੂ ਐਮਪੀਰੀਕਲ ਫਾਰਮੂਲਾ। N ਜਿਹੜਾ ਕੈਲਕੂਲੇਟ ਕਰਕੇ 2 ਆਇਆ ਸੀ ਐਂਡ ਐਮਪੀਰੀਕਲ ਫਾਰਮੂਲਾ ਆਲਰੇਡੀ ਗਿਵਨ ਹੈ CH2। 2 ਨੂੰ ਤੁਸੀਂ ਇਹਨੂੰ ਮਲਟੀਪਲਾਈ ਕਰਨਾ, 2 ਮਤਲਬ ਜਿਹੜਾ ਹੈ ਉਹਦੇ ਪੈਰ ਦੇ ਵਿੱਚ ਜਾਊਗਾ, ਜਿਵੇਂ ਕਿ C2H4, ਠੀਕ ਹੈ। 2 ਦੋਨੋਂ ਕਾਰਬਨ ਹੋ ਜਾਣਗੇ, ਹਾਈਡਰੋਜਨ ਕਿੰਨੇ ਹੋ ਜਾਣਗੇ, 4 ਹੋ ਜਾਣਗੇ। ਹਾਂਜੀ, ਨੈਕਸਟ ਕੁਐਸਚਨ ਦੇਖੋ, ਇਹਦੇ ਵਿੱਚ ਕੀ ਦਿੱਤਾ ਗਿਆ, ਇਹ ਵੀ ਕੁਐਸਚਨ ਇੰਪੋਰਟੈਂਟ ਹੈ। ਦੇਖੋ ਇਸ ਕੁਐਸਚਨ ਦੇ ਵਿੱਚ ਜਿਹੜਾ ਹੈ, ਵੈਸੇ ਇੰਨਾ ਲੈਂਥ ਦੀ ਕੁਐਸਚਨ ਤੁਹਾਨੂੰ ਆਊਗਾ ਨਹੀਂ, ਬਟ ਇਹਦੇ ਕੁਝ ਪਾਰਟਸ ਨੇ। ਇੱਕ ਕੁਐਸਚਨ ਦੇ ਵਿੱਚ ਤੁਸੀਂ ਕਾਫੀ ਕੁਝ ਸਿੱਖ ਲੈਣਾ। ਇਹਦੇ ਵਿੱਚੋਂ ਕੋਈ ਵੀ ਪਾਰਟ ਜਿਹੜਾ ਹੈ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ, ਠੀਕ ਹੈ ਨਾ, ਬਟ ਇੰਨਾ ਲੈਂਥੀ ਤਾਂ ਨਹੀਂ ਪੁੱਛਿਆ ਜਾਊਗਾ। ਇਹਨਾਂ ਦੇ ਵਿੱਚੋਂ ਕੋਈ ਵੀ ਪਾਰਟ ਪੁੱਛਿਆ ਜਾ ਸਕਦਾ ਹੈ। ਹੁਣ ਦੇਖੋ, ਅਗਰ ਤੁਹਾਨੂੰ ਮੋਲੀਕੂਲਰ ਮਾਸ ਦਿੱਤਾ ਹੋਇਆ ਕਿਸੇ ਕੰਪਾਊਂਡ ਦਾ, ਠੀਕ ਹੈ, ਮੀਨਸ ਕੋਈ ਵੀ ਕੰਪਾਊਂਡ ਹੈ, ਤੁਹਾਨੂੰ ਮੋਲੀਕੂਲਰ ਮਾਸ ਦੇਤਾ ਕਿ 78 ਗ੍ਰਾਮ ਮੋਲ ਹੈ, ਐਂਡ ਤੁਹਾਨੂੰ ਪਰਸੈਂਟੇਜ ਕੰਪੋਜੀਸ਼ਨ ਉਹ ਤੁਹਾਨੂੰ ਇਹ ਵੀ ਦੱਸਤਾ ਕਿ ਉਹਦੇ ਵਿੱਚ ਕਾਰਬਨ ਤੇ ਹਾਈਡਰੋਜਨ ਯੂਜ਼ ਹੋਇਆ ਹੋਇਆ। ਕਾਰਬਨ ਯੂਜ਼ ਹੋਇਆ ਹੋਇਆ 92.4% ਐਂਡ ਹਾਈਡਰੋਜਨ ਯੂਜ਼ ਹੋਇਆ ਹੋਇਆ 7.6%। ਤੁਹਾਨੂੰ ਪਰਸੈਂਟੇਜ ਦੱਸਦੀ। ਉਹਨਾਂ ਨੇ ਕਿਹਾ ਵੀ ਇਹਦਾ ਮੋਲੀਕੂਲਰ ਫਾਰਮੂਲਾ ਦੱਸੋ, ਐਗਜ਼ੈਕਟ ਇਹ ਮਤਲਬ ਕਿਹੜਾ ਕੰਪਾਊਂਡ ਹੈ ਉਹ ਤੁਸੀਂ ਫਾਈਂਡ ਕਰਨਾ ਹੈ। ਓਕੇ, ਇਹਦੇ ਵਾਸਤੇ ਕੀ ਹੈਗਾ, ਮੋਲੀਕੂਲਰ ਫਾਰਮੂਲਾ ਕੱਢਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਐਮਪੀਰੀਕਲ ਫਾਰਮੂਲਾ ਪਤਾ ਹੋਣਾ ਚਾਹੀਦਾ ਹੈ। ਐਮਪੀਰੀਕਲ ਫਾਰਮੂਲਾ ਤੁਹਾਨੂੰ ਤਾਂ ਪਤਾ ਚੱਲੂਗਾ ਜੇਕਰ ਤੁਹਾਨੂੰ ਇਹਨਾਂ ਦੀ ਰੇਸ਼ੋ ਪਤਾ ਹੋਏਗੀ, ਠੀਕ ਹੈ ਨਾ, ਕਿ ਕਾਰਬਨ ਕਿੰਨੀ ਰੇਸ਼ੋ 'ਚ ਲਿਆ ਅਤੇ ਹਾਈਡਰੋਜਨ ਕਿੰਨੀ ਰੇਸ਼ੋ ਹੈ। ਰੇਸ਼ੋਜ਼ ਪਤਾ ਲੱਗਣਗੀਆਂ ਕੁਝ ਕੈਲਕੂਲੇਸ਼ਨਸ ਦੇ ਨਾਲ। ਸੋ ਸਭ ਤੋਂ ਪਹਿਲਾਂ ਟੇਬਲ ਦੇਖ ਰਹੇ ਹੋਣਗੇ, ਕੈਲਕੂਲੇਸ਼ਨ ਵਰਕ ਕਰਨਾ ਪੈਣਾ ਤੁਹਾਨੂੰ ਰੇਸ਼ੋਜ਼ ਕੱਢਣ ਵਾਸਤੇ। ਰੇਸ਼ੋਜ਼ ਤੋਂ ਐਮਪੀਰੀਕਲ ਫਾਰਮੂਲਾ ਨਿਕਲੂ, ਐਮਪੀਰੀਕਲ ਫਾਰਮੂਲਾ ਨਿਕਲੂ ਤਾਂ ਹੀ ਤੁਹਾਡਾ ਮੋਲੀਕੂਲਰ ਫਾਰਮੂਲਾ ਆਊਗਾ। ਵੈਰੀ ਸਿੰਪਲ।
ਸੋ ਐਲੀਮੈਂਟ ਦੀ ਪਰਸੈਂਟੇਜ ਗਿਵਨ ਹੈ, ਤੁਸੀਂ ਪਰਸੈਂਟੇਜ ਲਿਖ ਸਕਦੇ ਹੋ 92.4 ਐਂਡ ਹਾਈਡਰੋਜਨ ਦੀ ਗਿਵਨ ਹੈ 7.6 ਐਂਡ ਦੋਨਾਂ ਦੇ ਜਿਹੜੇ ਅਟੋਮਿਕ ਮਾਸਿਸ ਸਾਨੂੰ ਪਤਾ ਨੇ ਕਿ ਕਿੰਨੇ ਕਿੰਨੇ ਹੁੰਦੇ ਨੇ, ਦੈਟ ਇਜ਼ 12 ਕਾਰਬਨ ਦਾ ਐਂਡ ਹਾਈਡਰੋਜਨ ਦਾ ਹੁੰਦਾ 1। ਜਿਹੜੀਆਂ ਦੋ ਇੰਪੋਰਟੈਂਟ ਥਿੰਗਸ ਨੇ ਉਹ ਹੁੰਦਾ ਮੋਲਸ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਗਰ ਤੁਹਾਨੂੰ ਅਟੋਮਿਕ ਮਾਸ ਪਤਾ ਹੈ, ਉਹਦੀ ਪਰਸੈਂਟੇਜ ਪਤਾ ਹੈ, ਤਾਂ ਤੁਸੀਂ ਇਹ ਕੱਢ ਸਕਦੇ ਹੋ ਕਿ ਇਸ ਕੰਪਾਊਂਡ ਜੋ ਅਸੀਂ ਕੰਪਾਊਂਡ ਫਾਈਂਡ ਕਰਨ ਜਾ ਰਹੇ ਹਾਂ ਕਿ ਇਹਦੇ ਵਿੱਚ ਕਿੰਨੇ ਮੋਲਸ ਆਫ ਐਟਮਸ ਪ੍ਰੈਜ਼ੈਂਟ ਨੇ। ਮੋਲਸ ਆਫ ਐਟਮਸ ਕੱਢਣ ਵਾਸਤੇ ਤੁਹਾਨੂੰ ਪਰਸੈਂਟੇਜ ਪਤਾ ਹੋਣੀ ਚਾਹੀਦੀ ਹੈ ਡਿਵਾਈਡਡ ਬਾਈ ਉਹਦਾ ਅਟੋਮਿਕ ਮਾਸ। ਤੁਹਾਨੂੰ ਪਰਸੈਂਟੇਜ ਵੀ ਪਤਾ ਹੈ, ਤੁਹਾਨੂੰ ਅਟੋਮਿਕ ਮਾਸ ਵੀ ਪਤਾ ਹੈ, ਡਿਵਾਈਡ ਕਰ ਦਿਓ, ਆਂਸਰ ਕਿੰਨਾ ਆ ਜਾਊਗਾ 7.6 ਆ ਜਾਊਗਾ। ਐਂਡ ਨੈਕਸਟ ਜਿਹੜਾ ਹੈ ਹਾਈਡਰੋਜਨ ਦੇ ਕਿੰਨੇ ਮੋਲਸ ਪ੍ਰੈਜ਼ੈਂਟ ਨੇ, ਦੈਟ ਇਜ਼ 7.6 ਡਿਵਾਈਡਡ ਬਾਈ 1 ਕਿੰਨਾ ਆਂਸਰ ਆ ਜਾਊ 7.6। ਹੁਣ ਤੁਸੀਂ ਕੱਢਣੀ ਹੈ ਮੋਲ ਰੇਸ਼ੋ। ਮੋਲ ਰੇਸ਼ੋ ਵੈਰੀ ਸਿੰਪਲ, ਠੀਕ ਹੈ ਨਾ। ਜੋ ਵੀ ਤੁਹਾਡੇ ਮੋਲਸ ਆਫ ਐਟਮਸ ਆਏ ਨੇ 7.7 7.6 ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਛੋਟਾ ਹੈ, ਜਿਵੇਂ ਕਿ 7.6 ਛੋਟਾ ਹੈ, ਤੁਸੀਂ ਇਹਨਾਂ ਦੋਨਾਂ ਨੂੰ ਡਿਵਾਈਡ ਕਰਨਾ ਛੋਟੇ ਨਾਲ। 7.7 ਨੂੰ ਵੀ ਛੋਟੇ ਨਾਲ ਡਿਵਾਈਡ ਕਰ ਦਿਓ, 7.6 ਨੂੰ ਤਾਂ ਉਸੇ ਨਾਲ ਹੀ ਕਰਨਾ 7.6 ਨਾਲ ਹੀ, ਮੀਨਸ ਦੋਨਾਂ ਨੂੰ ਛੋਟੇ ਨੰਬਰ ਨਾਲ, ਇਹਨਾਂ ਦੋਨਾਂ 'ਚੋਂ ਛੋਟਾ ਦੇਖ ਲਓ ਕਿਹੜਾ 7.6 ਹੈ, ਤਾਂ ਦੋਨਾਂ ਨੂੰ 7.6 ਨਾਲ ਡਿਵਾਈਡ ਕਰਕੇ ਡੈਸੀਮਲ ਦੇ ਵਿੱਚ ਆਂਸਰ ਕੱਢ ਲਓ, ਠੀਕ ਹੈ ਜੀ। ਸੋ ਫਸਟ ਜਿਹੜਾ ਹੈ ਆਂਸਰ ਆ ਗਿਆ 1.01 ਜੋ ਕਿ ਅਪਰੋਕਸੀਮੇਟ 1 ਦੇ ਹੀ ਇਕੁਅਲ ਹੈ ਐਂਡ ਜੋ ਸੈਕਿੰਡ ਹੈ ਉਹ ਵੀ 1। ਸੋ ਦੋਨਾਂ ਦੀ ਰੇਸ਼ੋ 1:1 ਆ ਗਈ। ਤਾਂ ਇਹਦੇ ਨਾਲ ਨਾ ਤੁਹਾਨੂੰ ਅੰਦਾਜ਼ਾ ਹੋ ਗਿਆ ਕਿ ਜੋ ਸਾਡਾ ਐਮਪੀਰੀਕਲ ਫਾਰਮੂਲਾ ਹੈ ਉਹਦੇ ਵਿੱਚ ਜੋ ਕਾਰਬਨ ਜੋ H ਜੋ ਹੈ ਰੇਸ਼ੋ ਕੀ ਹੈ 1:1, ਦੈਟ ਮੀਨ ਐਮਪੀਰੀਕਲ ਫਾਰਮੂਲਾ ਤੁਹਾਨੂੰ ਪਤਾ ਲੱਗ ਗਿਆ ਕਿ ਕੀ ਹੈ ਇਹਦਾ CH, ਠੀਕ ਹੈ। ਜੇ ਐਮਪੀਰੀਕਲ ਫਾਰਮੂਲਾ ਪਤਾ ਲੱਗ ਜਾਂਦਾ ਤਾਂ ਐਮਪੀਰੀਕਲ ਫਾਰਮੂਲਾ ਮਾਸ ਵੀ ਕੱਢ ਸਕਦੇ ਅਸੀਂ, ਕਾਰਬਨ ਦਾ ਫਾਰਮੂਲਾ, ਅਟੋਮਿਕ ਮਾਸ ਦਾ ਪਲੱਸ ਹਾਈਡਰੋਜਨ ਦੋਨਾਂ ਦੇ ਮਾਸਿਸ ਨੂੰ ਐਡ ਕਰ ਦਿਓ, ਕਿੰਨਾ ਆ ਜਾਊਗਾ 13। ਜੇਕਰ ਤੁਹਾਨੂੰ ਐਮਪੀਰੀਕਲ ਫਾਰਮੂਲਾ ਮਾਸ ਪਤਾ ਲੱਗ ਗਿਆ, ਠੀਕ ਹੈ, ਮੋਲੀਕੂਲਰ ਮਾਸ ਆਲਰੇਡੀ ਪਤਾ, ਤਾਂ ਤੁਸੀਂ ਹੁਣ ਇੱਥੋਂ N ਕੱਢ ਸਕਦੇ ਹੋ। N ਕਿੰਨਾ ਆ ਜਾਊਗਾ ਮੋਲੀਕੂਲਰ ਮਾਸ ਓਵਰ ਐਮਪੀਰੀਕਲ ਫਾਰਮੂਲਾ ਮਾਸ, ਦੋਨਾਂ ਦੀਆਂ ਵੈਲਿਊਜ਼ ਤੁਸੀਂ ਆਲਰੇਡੀ ਕੱਢ ਚੁੱਕੇ ਹੋ, ਪੁੱਟ ਕਰ ਦਿਓ, N ਤੁਹਾਡਾ 6 ਆ ਜਾਊਗਾ। ਬਟ ਸਾਡਾ ਟਾਰਗੇਟ ਕੀ ਸੀਗਾ ਫਾਈਂਡ ਕਰਨਾ, ਮੋਲੀਕੂਲਰ ਫਾਰਮੂਲਾ। ਐਂਡ ਮੋਲੀਕੂਲਰ ਫਾਰਮੂਲਾ ਤੁਸੀਂ ਆਲਰੇਡੀ ਜਿਹੜਾ ਹੈ ਮੀਨਸ ਤੁਹਾਨੂੰ ਆਲਰੇਡੀ ਫਾਰਮੂਲਾ ਪਤਾ ਹੈ ਕਿ ਕੀ ਹੁੰਦਾ, ਦੈਟ ਇਜ਼ N ਇੰਟੂ ਐਮਪੀਰੀਕਲ ਫਾਰਮੂਲਾ। N ਸਾਡਾ ਆਲਰੇਡੀ ਆ ਗਿਆ 6 ਇੰਟੂ ਐਮਪੀਰੀਕਲ ਆ ਗਿਆ CH, ਦੈਟ ਇਜ਼ ਉਹਦੇ ਵੈਲਿਊ ਪੁੱਟ ਕਰ ਦਿਓ ਤਾਂ ਕਿੰਨਾ ਆ ਜਾਊਗਾ, ਦੈਟ ਇਜ਼ C6H6, ਠੀਕ ਹੈ ਜੀ। ਸੋ ਦੈਟ ਮੀਨ ਇਹ ਤਾਂ ਬੈਂਜੀਨ ਸੀਗਾ, ਓਕੇ। ਸੋ ਇਹ ਸੀਗੇ ਕੁਝ ਕੁਐਸਚਨਸ ਜੋ ਕਿ ਇਹਦੇ ਨਾਲ ਦੇ ਰਿਲੇਟਡ ਕੁਐਸਚਨ ਸੀਗੇ। ਪਰਸੈਂਟੇਜ ਕੰਪੋਜੀਸ਼ਨ ਜੋ ਹੈ ਟੌਪਿਕ ਤੁਹਾਡਾ ਕੰਪਲੀਟ ਹੋ ਗਿਆ। ਇਸ ਲੈਵਲ ਦੇ ਹਿਸਾਬ ਨਾਲ ਹੀ ਜਿਹੜਾ ਕੁਐਸਚਨ ਤੁਹਾਨੂੰ ਬਣੇਗਾ, ਠੀਕ ਹੈ ਨਾ। ਕਨਸੈਪਟ ਮੇਨ ਹੁੰਦਾ ਹੈ, ਕਨਸੈਪਟ ਮੈਂ ਤੁਹਾਨੂੰ ਦੱਸ ਦਿੱਤਾ, ਬਾਕੀ ਪ੍ਰੈਕਟਿਸ ਜਿਹੜੀ ਉਹ ਤੁਸੀਂ ਕਰ ਸਕਦੇ ਹੋ। ਐਂਡ ਜਿਨ੍ਹਾਂ ਨੇ ਵੀ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਨਹੀਂ ਕੀਤਾ ਹੋਇਆ ਉਹ ਮੇਰਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਸਕਦੇ ਨੇ, ਆਈ ਵਿਲ ਗਿਵ ਇਨ ਦਾ ਡਿਸਕ੍ਰਿਪਸ਼ਨ ਬਾਕਸ, ਓਕੇ। ਐਂਡ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੈ, ਠੀਕ ਹੈ ਨਾ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਦੂਸਰਿਆਂ ਨਾਲ ਸ਼ੇਅਰ ਵੀ ਕਰੋ, ਓਕੇ ਜੀ ਸਟੂਡੈਂਟ, ਓਕੇ। ਥੈਂਕ ਯੂ ਅ ਲੋਟ।